ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਸਿੰਦਰਪਾਲ ਕੌਰ ਤੁਹਾਡੀ ਪੰਜਾਬੀ ਦੀ ਅਧਿਆਪਕਾ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਅਸੀਂ ਇੱਕ ਕਹਾਣੀ ਪੜ੍ਹਨ ਜਾ ਰਹੇ ਹਾਂ, ਜਸ਼ਨ ਦੇ ਸ਼ੌਂਕ। ਇਹ ਕਹਾਣੀ ਇੱਕ ਜਸ਼ਨ ਨਾਂ ਦੀ ਕੁੜੀ ਦੇ ਬਾਰੇ ਵਿੱਚ ਹੈ ਜੋ ਬਹੁਤ ਮਿਹਨਤੀ ਸੀ, ਸਿਆਣੀ ਸੀ। ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਜਿਹੜੇ ਦੂਜੇ ਸ਼ੌਂਕ ਹੈ ਉਹਨਾਂ ਨੂੰ ਵੀ ਪੂਰਾ ਕਰਦੀ ਸੀ। ਸਭ ਤੋਂ ਪਹਿਲਾਂ ਅਸੀਂ ਇਸ ਲੈਸਨ ਨੂੰ ਪੜ੍ਹਾਂਗੇ। ਜਸ਼ਨ ਨੂੰ ਡਰਾਇੰਗ ਦਾ ਬਹੁਤ ਸ਼ੌਂਕ ਸੀ। ਉਹ ਸਾਰਾ ਦਿਨ ਕੁਝ ਨਾ ਕੁਝ ਬਣਾਉਂਦੀ ਰਹਿੰਦੀ। ਉਹ ਰੰਗਦਾਰ ਪੈਨਸਿਲਾਂ ਨਾਲ ਕਾਗਜ਼ ਉੱਪਰ ਕੁਝ ਨਾ ਕੁਝ ਵਾਹੁੰਦੀ ਅਤੇ ਫਿਰ ਉਹਨਾਂ ਵਿੱਚ ਰੰਗ ਭਰਦੀ ਰਹਿੰਦੀ। ਉਸਦੇ ਮਾਤਾ ਪਿਤਾ ਉਸ ਨੂੰ ਕਿਸੇ ਗੱਲ ਤੋਂ ਨਹੀਂ ਸਨ ਰੋਕਦੇ। ਉਸ ਦੀਆਂ ਦੋ ਗੱਲਾਂ ਉਹਨਾਂ ਨੂੰ ਬਹੁਤ ਚੰਗੀਆਂ ਲੱਗਦੀਆਂ। ਪਹਿਲੀ ਕਿ ਉਹ ਕਦੇ ਵੀ ਆਪਣੀਆਂ ਕਿਤਾਬਾਂ ਅਤੇ ਕਾਪੀਆਂ ਨੂੰ ਖਰਾਬ ਨਹੀਂ ਸੀ ਕਰਦੀ। ਦੂਜਾ, ਉਹ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦਿੰਦੀ ਅਤੇ ਡਰਾਇੰਗ ਦਾ ਕੰਮ ਆਪਣੇ ਖਾਲੀ ਸਮੇਂ ਵਿੱਚ ਹੀ ਕਰਦੀ। ਇਸ ਲਈ ਉਸਦੇ ਮਾਤਾ ਪਿਤਾ ਉਸਦੇ ਡਰਾਇੰਗ ਕਰਨ ਦੇ ਸ਼ੌਂਕ ਵਿੱਚ ਕਦੇ ਕੋਈ ਰੁਕਾਵਟ ਨਾ ਪਾਉਂਦੇ। ਬੇਟਾ, ਰੁਕਾਵਟ ਹੁੰਦਾ ਰੋਕ ਲੈਣਾ, ਵਿਘਨ ਪਾਉਣਾ। ਉਹ ਆਪਣੀ ਹਰ ਚੀਜ਼ ਬਹੁਤ ਸੰਭਾਲ ਕੇ ਰੱਖਦੀ। ਕੰਮ ਕਰਨ ਤੋਂ ਬਾਅਦ ਉਹ ਆਪਣਾ ਸਾਰਾ ਸਮਾਨ ਸਾਂਭ ਦਿੰਦੀ। ਆਪਣੀ ਚਿੱਤਰਕਲਾ ਲਈ ਉਸਨੇ ਇੱਕ ਫਾਈਲ ਲਗਾਈ ਹੋਈ ਸੀ ਜਿਸ ਨੂੰ ਉਹ ਆਪਣੇ ਕੰਮ ਨਾਲ ਮੋਟਾ ਕਰਦੀ ਜਾ ਰਹੀ ਸੀ। ਕਹਿਣ ਦਾ ਭਾਵ ਕਿ ਜਿਹੜੀ ਉਸਨੇ ਫਾਈਲ ਲਗਾਈ ਹੋਈ ਸੀ ਉਹਦੇ ਵਿੱਚ ਡਰਾਇੰਗ ਦੇ ਪੇਪਰ ਉਹ ਡੇਲੀ ਜਿਹੜੇ ਡਰਾਇੰਗ ਦੇ ਪੇਪਰ ਉਹਦੇ 'ਚ ਹੋਰ ਪਾ ਦਿੰਦੀ ਸੀ, ਜਿਸ ਕਰਕੇ ਜਿਹੜੀ ਫਾਈਲ ਹੈ ਉਸਦੀ ਮੋਟਾਈ ਜਿਹੜੀ ਹੈਗੀ ਉਹ ਵੱਧ ਰਹੀ ਸੀ। ਫਿਰ ਜਸ਼ਨ ਨੂੰ ਮਿੱਟੀ ਨਾਲ ਖੇਡਣ ਦਾ ਸ਼ੌਂਕ ਪੈਦਾ ਹੋ ਗਿਆ। ਜਿਸ ਘਰ ਵਿੱਚ ਉਹ ਅੱਜ ਕੱਲ੍ਹ ਰਹਿ ਰਹੀ ਸੀ ਉਹ ਕਾਫੀ ਵੱਡਾ ਸੀ ਅਤੇ ਉਸਦੇ ਅੱਗੇ ਪਿੱਛੇ ਕਾਫੀ ਖੁੱਲ੍ਹੀ ਥਾਂ ਸੀ। ਉਸਨੂੰ ਖੇਡਣ ਲਈ ਮਿੱਟੀ ਲੱਭ ਗਈ। ਉਸਦਾ ਧਿਆਨ ਡਰਾਇੰਗ ਨਾਲੋਂ ਹਟ ਕੇ ਮਿੱਟੀ ਦੇ ਖਿਡੌਣੇ ਬਣਾਉਣ ਵੱਲ ਹੋ ਗਿਆ। ਫਿਰ ਇੱਕ ਦਿਨ ਉਹ ਆਪਣੀ ਮੰਮੀ ਨਾਲ ਜਾ ਕੇ ਖਿਡੌਣੇ ਬਣਾਉਣ ਵਾਲੀ ਚੀਕਣੀ ਮਿੱਟੀ ਲੈ ਕੇ ਆਈ। ਬੇਟਾ, ਚੀਕਣੀ ਮਿੱਟੀ ਨੂੰ ਅਸੀਂ ਕਹਿ ਦਿੰਦੇ ਕਈ ਵਾਰੀ ਕਾਲੀ ਮਿੱਟੀ। ਤਾਂ ਇਹ ਮਿੱਟੀ ਦਾ ਇੱਕੋ ਗੁਣ ਹੁੰਦਾ ਹੈ ਕਿ ਇਹਦੇ 'ਚ ਚਿਕਨਾਈ ਬਹੁਤ ਜ਼ਿਆਦਾ ਹੁੰਦੀ ਹੈ, ਜਿਹੜੀ ਇਸ ਮਿੱਟੀ ਨੂੰ ਆਪਸ ਵਿੱਚ ਜੋੜ ਕੇ ਰੱਖਦੀ ਹੈ। ਇਸ ਵਾਸਤੇ ਉਹ ਦੋਵੇਂ ਇੱਕ ਘੁਮਿਆਰ ਕੋਲ ਗਏ। ਜਸ਼ਨ ਕਿੰਨੀ ਦੇਰ ਘੁਮਿਆਰ ਨੂੰ ਮਿੱਟੀ ਦੇ ਭਾਂਡੇ ਬਣਾਉਂਦਿਆਂ ਦੇਖਦੀ ਰਹੀ। ਉਹ ਉਸ ਤੋਂ ਪੁੱਛਦੀ ਰਹੀ ਕਿ ਇਹ ਸਭ ਕੁਝ ਕਿਵੇਂ ਕੀਤਾ ਜਾਂਦਾ ਹੈ। ਉਹ ਘੁਮਿਆਰ ਤੋਂ ਕੁਝ ਮਿੱਟੀ ਲਿਫਾਫੇ ਵਿੱਚ ਪਵਾ ਕੇ ਲੈ ਆਈ ਅਤੇ ਘਰ ਆ ਕੇ ਬਰਤਨ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗ ਗਈ। ਉਸਨੇ ਕੁਝ ਭਾਂਡੇ ਬਣਾਏ ਅਤੇ ਸੁਕਾਏ। ਫਿਰ ਉਹਨਾਂ ਉੱਪਰ ਰੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਕੰਮ ਵਿੱਚ ਉਸ ਨੂੰ ਜੋ ਖੁਸ਼ੀ ਮਿਲਦੀ ਸੀ ਉਹ ਸ਼ਾਇਦ ਕਿਸੇ ਹੋਰ ਕੰਮ ਵਿੱਚ ਨਹੀਂ ਸੀ ਮਿਲਦੀ। ਇਸੇ ਲਈ ਉਹ ਆਪਣੀ ਕਲਾ ਦੀ ਸਾਧਨਾ ਵਿੱਚ ਲੱਗੀ ਰਹਿੰਦੀ। ਬੇਟਾ, ਸਾਧਨਾ ਹੁੰਦਾ ਹੈ ਅਭਿਆਸ, ਲਗਾਤਾਰ ਅਭਿਆਸ ਕਰਨਾ, ਕਿਸੇ ਚੀਜ਼ ਲਈ ਮਿਹਨਤ ਕਰਨਾ। ਜਦੋਂ ਇਸ ਸ਼ਹਿਰ ਵਿੱਚ ਆਈ ਤਾਂ ਉਸ ਵਾਸਤੇ ਸ਼ਹਿਰ ਵੀ ਨਵਾਂ ਸੀ, ਘਰ ਵੀ ਅਤੇ ਸਕੂਲ ਵੀ। ਉਸ ਨੂੰ ਪੁਰਾਣਾ ਸਕੂਲ ਛੱਡਣ ਦਾ ਬਹੁਤ ਅਫਸੋਸ ਸੀ। ਉੱਥੇ ਉਸਦੇ ਬਹੁਤ ਸਾਰੇ ਦੋਸਤ ਸਨ। ਉਸਦੇ ਅਧਿਆਪਕ ਉਸਦੀ ਪ੍ਰਸ਼ੰਸਾ ਕਰਦੇ, ਪਰ ਇੱਥੇ ਉਹ ਵਾਲੀ ਗੱਲ ਨਹੀਂ ਸੀ। ਇੱਕ ਦਿਨ ਉਹ ਬੈਠੀ ਆਪਣੇ ਪੁਰਾਣੇ ਸਕੂਲ ਬਾਰੇ ਸੋਚਣ ਲੱਗੀ ਅਤੇ ਉਸਨੇ ਇੱਕ ਛੋਟਾ ਜਿਹਾ ਲੇਖ ਲਿਖਿਆ ਜਿਸ ਦਾ ਨਾਂ ਸੀ ਜਸ਼ਨ ਦਾ ਸਕੂਲ। ਇਹ ਲੇਖ ਉਸਨੇ ਆਪਣੇ ਪੰਜਾਬੀ ਦੇ ਅਧਿਆਪਕ ਨੂੰ ਦਿਖਾਇਆ ਤਾਂ ਉਹਨਾਂ ਨੇ ਕਿਹਾ, ਬਹੁਤ ਵਧੀਆ ਲਿਖਿਆ ਹੈ, ਇਹ ਕਿਸ ਨੇ ਲਿਖਵਾਇਆ ਹੈ। ਜਦੋਂ ਉਸਨੇ ਦੱਸਿਆ ਕਿ ਇਹ ਲੇਖ ਉਸਨੇ ਖੁਦ ਲਿਖਿਆ ਹੈ ਤਾਂ ਉਹ ਕਹਿਣ ਲੱਗੇ ਕਿ ਉਹ ਆਪਣੇ ਇਸ ਨਵੇਂ ਸਕੂਲ ਬਾਰੇ ਲਿਖੇ, ਇਸ ਵਿੱਚ ਉਸਨੂੰ ਕੀ ਚੰਗਾ ਲੱਗਦਾ ਹੈ। ਘਰ ਆ ਕੇ ਉਸ ਨੂੰ ਆਪਣੇ ਨਵੇਂ ਸਕੂਲ ਬਾਰੇ ਲਿਖਣਾ ਚੰਗਾ ਨਾ ਲੱਗਿਆ। ਉਹ ਇਸ ਬਾਰੇ ਕੀ ਲਿਖੇ, ਉਸ ਨੂੰ ਤਾਂ ਆਪਣੇ ਨਵਾਂ ਸਕੂਲ ਚੰਗਾ ਹੀ ਨਹੀਂ ਸੀ ਲੱਗਦਾ। ਉਹ ਉਦਾਸ ਹੋ ਕੇ ਆਪਣੀ ਡਰਾਇੰਗ ਬਣਾਉਣ ਲੱਗੀ। ਉਸਦੀ ਮੰਮੀ ਨੇ ਉਸਨੂੰ ਪੁੱਛਿਆ, ਜਸ਼ਨ ਪੁੱਤਰ, ਕੀ ਗੱਲ, ਤੂੰ ਅੱਜ ਉਦਾਸ ਕਿਉਂ ਹੈ? ਜਸ਼ਨ ਨੇ ਅੱਜ ਵਾਲੀ ਗੱਲ ਦੱਸ ਦਿੱਤੀ ਅਤੇ ਇਹ ਵੀ ਦੱਸ ਦਿੱਤਾ ਕਿ ਉਸ ਨੂੰ ਕੀ ਕਰਨ ਲਈ ਕਿਹਾ ਗਿਆ ਹੈ। ਦੇਖ ਜਸ਼ਨ, ਲਿਖਣਾ ਵੀ ਇੱਕ ਤਰ੍ਹਾਂ ਨਾਲ ਤਸਵੀਰ ਬਣਾਉਣਾ ਹੀ ਹੁੰਦਾ ਹੈ। ਜਿਵੇਂ ਅਸੀਂ ਕਾਗਜ਼ ਉੱਪਰ ਇੱਕ ਲਕੀਰ ਖਿੱਚ ਕੇ ਕੋਈ ਆਕਾਰ ਬਣਾਉਂਦੇ ਹਾਂ,
ਠੀਕ ਉਸੇ ਤਰ੍ਹਾਂ ਸ਼ਬਦਾਂ ਦੀ ਮਦਦ ਨਾਲ ਕੋਈ ਤਸਵੀਰ ਖਿੱਚੀ ਜਾ ਸਕਦੀ ਹੈ। ਸ਼ਬਦਾਂ ਨਾਲ ਹੀ ਰੰਗ ਭਰੇ ਜਾ ਸਕਦੇ ਹਨ। ਉਸਦੀ ਮੰਮੀ ਨੇ ਉਸਨੂੰ ਸਮਝਾਇਆ ਤੇ ਸ਼ਬਦਾਂ ਵਿੱਚ ਕੁਝ ਚਿਤਰਨ ਦੀ ਜਾਂਚ ਦੱਸੀ। ਜਾਂਚ ਹੁੰਦੀ ਹੈ ਬੇਟਾ ਤਰੀਕਾ। ਰਾਤ ਨੂੰ ਜਸ਼ਨ ਨੇ ਆਪਣੇ ਇਸ ਨਵੇਂ ਸਕੂਲ ਬਾਰੇ ਇੱਕ ਛੋਟਾ ਜਿਹਾ ਲੇਖ ਲਿਖਿਆ। ਉਸਨੇ ਨਵੇਂ ਸਕੂਲ ਦਾ ਟਾਕਰਾ ਪੁਰਾਣੇ ਸਕੂਲ ਨਾਲ ਕੀਤਾ ਤੇ ਦੋਹਾਂ ਵਿਚਲਾ ਅੰਤਰ ਦੱਸਿਆ। ਟਾਕਰਾ ਹੁੰਦਾ ਬੇਟਾ ਮੁਕਾਬਲਾ ਕਰਨਾ। ਜਸ਼ਨ ਨੇ ਅਗਲੇ ਦਿਨ ਉਹ ਛੋਟਾ ਜਿਹਾ ਲੇਖ ਆਪਣੇ ਅਧਿਆਪਕ ਨੂੰ ਸਕੂਲ ਵਿੱਚ ਦਿਖਾਇਆ ਤੇ ਸਕੂਲ ਵਿੱਚ ਉਸਦੇ ਲੇਖ ਨੂੰ ਸਭ ਨੇ ਬਹੁਤ ਪਸੰਦ ਕੀਤਾ। ਸਕੂਲ ਵਿੱਚ ਉਸਦੇ ਲੇਖ ਨੂੰ ਸਭ ਨੇ ਬਹੁਤ ਪਸੰਦ ਕੀਤਾ। ਸਾਰਿਆਂ ਨੇ ਉਸਦੀ ਬਣਾਈ ਹੋਈ ਤਸਵੀਰ ਨੂੰ ਵੀ ਸਰਾਹਿਆ, ਪ੍ਰਸ਼ੰਸਾ ਕੀਤੀ। ਉਸਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸਨੂੰ ਦੱਸਿਆ ਗਿਆ ਕਿ ਉਸਦਾ ਉਹ ਲੇਖ ਸਕੂਲ ਦੇ ਮਾਸਿਕ ਅਖਬਾਰ ਵਿੱਚ ਛਪਣ ਲਈ ਪ੍ਰਵਾਨ ਕਰ ਲਿਆ ਗਿਆ ਹੈ। ਬੇਟਾ ਮਾਸਿਕ, ਇਹਨੂੰ ਮੂੰਹ 'ਤੇ ਪਾਉਣ ਵਾਲਾ ਮਾਸਿਕ ਨਾ ਸਮਝ ਲੈਣਾ। ਮਾਸਿਕ ਦਾ ਮਤਲਬ ਹੁੰਦਾ ਮਹੀਨਾ। ਤਾਂ ਮਾਸਿਕ ਅਖਬਾਰ, ਜਿਹੜਾ ਅਖਬਾਰ ਇੱਕ ਮਹੀਨੇ ਬਾਅਦ ਛਪਦਾ ਹੈ, ਉਸਨੂੰ ਅਸੀਂ ਮਹੀਨਾਵਾਰ ਅਖਬਾਰ ਕਹਿ ਦਿੰਦੇ ਹਾਂ। ਮਾਸਿਕ ਅਖਬਾਰ ਵਿੱਚ ਛਾਪਣ ਲਈ ਪ੍ਰਵਾਨ ਕਰ ਲਿਆ ਗਿਆ ਹੈ। ਪ੍ਰਵਾਨ ਕਰਨਾ, ਮਨਜ਼ੂਰ ਕਰਨਾ। ਜਦੋਂ ਇਹ ਅਖਬਾਰ ਛਪ ਕੇ ਆਇਆ ਤਾਂ ਉਸਨੂੰ ਹੋਰ ਵੀ ਹੈਰਾਨੀ ਹੋਈ। ਉਸ ਦੇ ਲਿਖੇ ਹੋਏ ਲੇਖ ਨੂੰ ਅਖਬਾਰ ਵਿੱਚ ਹੂ ਛਾਪ ਦਿੱਤਾ। ਹੂ ਬਹੂ ਹੁੰਦਾ ਬੇਟਾ ਕਿ ਉਸੇ ਤਰ੍ਹਾਂ ਉਹਦੇ 'ਚ ਕੋਈ ਚੇਂਜ ਨਾ ਕਰਨਾ, ਛਾਪ ਦਿੱਤਾ ਗਿਆ ਸੀ। ਇਸ ਵਿੱਚ ਉਸਦੀ ਬਣਾਈ ਹੋਈ ਤਸਵੀਰ ਵੀ ਸ਼ਾਮਲ ਸੀ। ਜਸ਼ਨ ਨੂੰ ਤਾਂ ਜਿਵੇਂ ਇੱਕ ਨਵਾਂ ਆਹਰ ਲੱਭ ਗਿਆ ਸੀ। ਆਹਰ ਹੁੰਦਾ ਬੇਟਾ ਕੰਮ। ਹੁਣ ਉਹ ਡਰਾਇੰਗ ਦੀ ਬਜਾਏ ਲਿਖਣ ਵਿੱਚ ਆਪਣਾ ਸਮਾਂ ਲਗਾਉਣ ਲੱਗੀ। ਇੱਕ ਦਿਨ ਉਸਨੂੰ ਖਿਆਲ ਆਇਆ ਕਿ ਸਕੂਲ ਵਿੱਚ ਅੱਧੀ ਛੁੱਟੀ ਦਾ ਸਮਾਂ ਲੋੜ ਤੋਂ ਜ਼ਿਆਦਾ ਲੰਬਾ ਹੈ। ਬੱਚੇ ਖਾਣਾ ਖਾਣ ਤੋਂ ਬਾਅਦ ਇੱਧਰ ਉੱਧਰ ਆਪਣਾ ਸਮਾਂ ਖਰਾਬ ਕਰਦੇ ਹਨ। ਕਿਉਂ ਨਾ ਇਸ ਵਾਸਤੇ ਇੱਕ ਵਾਰੀ ਦੀ ਬਜਾਏ 2 ਵਾਰੀ ਛੁੱਟੀ ਦਿੱਤੀ ਜਾਵੇ। ਉਸ ਨੇ ਇਸ ਵਿਚਾਰ ਨੂੰ ਲੇਖ ਦੇ ਰੂਪ ਵਿੱਚ ਪੇਸ਼ ਕੀਤਾ। ਉਸਦਾ ਇਹ ਲੇਖ ਸਕੂਲ ਦੇ ਅਖਬਾਰ ਵਿੱਚ ਛਪਿਆ। ਇਸ ਨੂੰ ਪੜ੍ਹ ਕੇ ਵਿਦਿਆਰਥੀਆਂ ਦੇ ਵਿੱਚ ਇਸ ਬਾਰੇ ਵਿਚਾਰ ਚਰਚਾ ਸ਼ੁਰੂ ਹੋ ਗਈ। ਜਦੋਂ ਉਸਦੀ ਜਮਾਤ ਵਿੱਚ ਮੈਡਮ ਨੇ ਬੱਚਿਆਂ ਤੋਂ ਇਸ ਬਾਰੇ ਪੁੱਛਿਆ ਤਾਂ ਕੁਝ ਬੱਚੇ ਇਸ ਦੇ ਹੱਕ ਵਿੱਚ ਨਿਕਲੇ ਅਤੇ ਕੁਝ ਇਸ ਦੇ ਹੱਕ ਵਿੱਚ ਨਹੀਂ ਸਨ। ਕਈਆਂ ਨੂੰ ਇੱਕ ਵੇਲੇ ਦੀ ਛੁੱਟੀ ਚਾਹੀਦੀ ਸੀ ਅਤੇ ਕਈਆਂ ਨੂੰ ਦੋ ਵੇਲੇ ਦੀ ਛੁੱਟੀ ਦੇ ਹੱਕ ਵਿੱਚ ਸਨ। ਇੱਕ ਸਵੇਰ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਸਕੂਲ ਦੀ ਪ੍ਰਿੰਸੀਪਲ ਨੇ ਵੀ ਇਸ ਬਾਰੇ ਆਪਣੇ ਵਿਚਾਰ ਦੱਸੇ। ਉਹਨਾਂ ਨੇ ਬਾਕੀ ਬੱਚਿਆਂ ਨੂੰ ਵੀ ਇਸ ਬਾਰੇ ਆਪਣੇ ਵਿਚਾਰ ਦੇਣ ਲਈ ਕਿਹਾ। ਕੋਈ ਡਰਦਾ ਅੱਗੇ ਨਾ ਆਵੇ। ਫਿਰ ਜਸ਼ਨ ਨੂੰ ਕਿਹਾ ਗਿਆ ਉਹ ਇਸ ਬਾਰੇ ਆਪਣੇ ਵਿਚਾਰ ਦੱਸੇ। ਜਸ਼ਨ ਨੇ ਡਰਦੇ ਡਰਦੇ ਅੱਗੇ ਹੋ ਕੇ ਉਹ ਕੁਝ ਕਿਹਾ ਜੋ ਉਸਨੇ ਆਪਣੇ ਛੋਟੇ ਜਿਹੇ ਲੇਖ ਵਿੱਚ ਲਿਖਿਆ ਸੀ। ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਜੇ ਵਿਦਿਆਰਥੀ ਚਾਹੁਣ ਤਾਂ ਉਹ ਇਸ ਗੱਲ ਬਾਰੇ ਆਪਣੀ ਰਾਏ ਵੋਟਾਂ ਪਾ ਕੇ ਵੀ ਦੱਸ ਸਕਦੇ ਹਨ। ਉਹਨਾਂ ਨੇ ਅਧਿਆਪਕਾਂ ਨੂੰ ਵੀ ਇਸ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਹਰ ਇੱਕ ਦੀ ਇੱਕ ਵੋਟ ਮਿਥੀ ਗਈ। ਅਗਲੇ ਦਿਨ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਵੋਟਾਂ ਪਾਈਆਂ। ਜਿਹੜੇ ਸਕੂਲ ਵਿੱਚ 2 ਵਾਰ ਛੁੱਟੀ ਤੇ ਚਾਹੁੰਦੇ ਸਨ ਉਹਨਾਂ ਨੇ ਆਪਣੀ ਪਰਚੀ ਉੱਪਰ 2 ਲਿਖਿਆ ਤੇ ਬਾਕੀਆਂ ਨੇ 1 ਲਿਖਿਆ। ਪ੍ਰਿੰਸੀਪਲ ਮੈਡਮ ਨੇ ਵੀ ਆਪਣੀ ਵੋਟ ਪਾਈ। ਵੋਟਾਂ ਦੀ ਗਿਣਤੀ ਤੋਂ ਬਾਅਦ ਜੋ ਨਤੀਜਾ ਆਇਆ ਉਹ ਸਾਰੇ ਸਕੂਲ ਵਿੱਚ ਪ੍ਰਾਰਥਨਾ ਦੇ ਸਮੇਂ ਸਾਰਿਆਂ ਦੇ ਸਾਹਮਣੇ ਸੁਣਾਇਆ ਗਿਆ। ਸਕੂਲ ਦੇ ਬਹੁਤੇ ਵਿਦਿਆਰਥੀ 2 ਵਾਰੀ ਛੁੱਟੀ ਦੇ ਹੱਕ ਵਿੱਚ ਸਨ। ਸੋ ਪ੍ਰਿੰਸੀਪਲ ਮੈਡਮ ਨੇ ਇਹ ਐਲਾਨ ਕੀਤਾ ਕਿ ਅੱਗੇ ਤੋਂ ਸਾਰਿਆਂ ਨੂੰ 15-15 ਮਿੰਟ ਦੀ 2 ਵਾਰ ਅੱਧੀ ਛੁੱਟੀ ਹੋਇਆ ਕਰੇਗੀ। ਸਕੂਲ ਦੇ ਬੱਚੇ ਬਹੁਤ ਖੁਸ਼ ਹੋਏ। ਉਹਨਾਂ ਨੇ ਜਸ਼ਨ ਨੂੰ ਵਧਾਈ ਦਿੰਦਿਆਂ ਕਿਹਾ, ਜਸ਼ਨ, ਇਹ ਸਭ ਤੇਰੇ ਲਿਖਣ ਕਰਕੇ ਹੋਇਆ ਹੈ। ਤੂੰ ਬਹੁਤ ਵਧੀਆ ਸੋਚਦੀ ਹੈ ਤੇ ਲਿਖਦੀ ਹੈ। ਹਾਂ, ਤੁਸੀਂ ਠੀਕ ਆਖਦੇ ਹੋ। ਮੈਂ ਵੱਡੀ ਹੋ ਕੇ ਇੱਕ ਲੇਖਕ ਬਣਾਂਗੀ, ਜਸ਼ਨ ਨੇ ਮਾਣ ਨਾਲ ਕਿਹਾ। ਬੇਟਾ ਇਹ ਸੀ ਸਾਡਾ ਲੈਸਨ ਨੰਬਰ 7 ਜਸ਼ਨ ਦੇ ਸ਼ੌਂਕ। ਤੁਸੀਂ ਇਸ ਲੈਸਨ ਨੂੰ ਧਿਆਨ ਨਾਲ ਸੁਣਨਾ ਹੈ ਔਰ ਆਪਣੀ ਬੁੱਕ ਓਪਨ ਕਰਕੇ ਉਸ ਤੋਂ ਤੁਸੀਂ ਇਸ ਨੂੰ ਰੀਡ ਕਰਨਾ ਹੈ ਅਤੇ ਕੱਲ੍ਹ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਹੈਗਾ ਇਸ ਦੇ ਅਭਿਆਸ ਬਾਰੇ ਚਰਚਾ ਕਰਾਂਗੇ।
ਓਕੇ, ਥੈਂਕ ਯੂ ਬੇਟਾ।